ਹੁਣ ਸਾਡੇ ਸਕੂਲ ਨੇ ਨਾ ਜੀ, ਸਕੂਲ ਆ ਤੁਹਾਡੇ ਵੀ ਬੱਚੇ ਸਕੂਲਾਂ 'ਚ ਜਾਂਦੇ ਨੇ, ਕੋਈ ਤਰਬੀਅਤ ਲੱਭਦੀ ਵੀ ਬੱਚਿਆਂ ਨੂੰ ਸਕੂਲਾਂ 'ਚ? ਕੋਈ ਤਰਬੀਅਤ ਨਹੀਂ। ਸਾਡੇ ਵੀ ਬੱਚੇ ਜਾਂਦੇ, ਕਸਮ ਖੁਦਾ ਦੀ ਮਿੰਬਰੇ ਰਸੂਲ ਤੇ ਬੈਠਾ, ਕੋਈ ਤਰਬੀਅਤ ਨਹੀਂ। ਬੱਚੇ ਨੇ ਸਕੂਲ ਜਾਂਦੇ ਨੇ, ਗਾਲਾਂ ਕੱਢਦੇ ਨੇ, ਉੱਥੋਂ ਜਿਹੜਾ ਘਰ ਗਾਲਾਂ ਨਹੀਂ ਸੀ ਸਿੱਖਦਾ ਉਹ ਸਕੂਲੋਂ ਸਿੱਖ ਕੇ ਆ ਗਿਆ। ਸੁਣ ਲਿਓ, ਬੱਚਿਆਂ ਕੋਲੋਂ ਸਿੱਖ ਕੇ ਆ ਗਿਆ। ਭੈੜੀਆਂ ਹਰਕਤਾਂ ਕਿੱਥੋਂ ਸਿੱਖੀ ਆ ਜੀ? ਮੈਂ ਸਕੂਲੋਂ ਸਿੱਖੀ। ਹਾਲਾਂਕਿ ਸਕੂਲ ਤਰਬੀਅਤ ਦਾ ਨਾਂ ਸੀ। ਕਿਹਦਾ ਨਾਂ ਸੀ? ਤਰਬੀਅਤ ਦਾ ਨਾਂ ਸੀ। ਤੁਸੀਂ ਇੱਥੇ ਜੁਮਾ ਪੜ੍ਹਨ ਆਉਂਦੇ ਹੋ, ਤੇ ਜੇ ਤੁਸੀਂ ਇੱਥੋਂ ਚੰਗੀ ਚੀਜ਼ ਨਾ ਸਿੱਖ ਕੇ ਜਾਓ, ਭੈੜੀਆਂ ਚੀਜ਼ਾਂ ਸਿੱਖ ਕੇ ਜਾਓ, ਤਾਂ ਇੱਥੇ ਫਿਰ ਬਹਿਣ ਦਾ ਕੀ ਫਾਇਦਾ ਜੀ? ਇੱਥੇ ਆਉਣ ਦਾ ਕੀ ਫਾਇਦਾ ਜੇ ਸਿੱਖ ਕੇ ਹੀ ਨਹੀਂ ਜਾਣਾ? ਜਾਪਾਨ ਇੱਕ ਮੁਲਕ ਹੈ, ਜਾਪਾਨ ਮੁਸਲਮਾਨ ਨਹੀਂ ਹੋਇਆ। ਅਸੀਂ ਮੁਸਲਮਾਨ ਆ, ਕਲਮਾ ਗੋ ਆ, ਨਾਰੇ ਮਾਰਨੇ ਆ ਵੀ ਗੁਲਾਮੀ ਰਸੂਲ ਮੇਂ ਮੌਤ ਵੀ ਕਬੂਲ ਹੈ, ਤੇ ਦੁੱਧ 'ਚ ਪਾਣੀ ਵੀ ਪਾਈ ਜਾਣਾ। ਤੁਹਾਨੂੰ ਗੁਲਾਮੀ ਰਸੂਲ ਵਿੱਚ ਮਰਨ ਵਾਲੇ ਸਾਰਾ ਸਿਆਲਕੋਟ 'ਚ ਲੱਭਣਗੇ, ਲੇਕਿਨ ਖਾਲਸ ਦੁੱਧ ਕਿਸੇ ਦੁਕਾਨ ਤੋਂ ਤੁਹਾਨੂੰ ਨਹੀਂ ਮਿਲੇਗਾ ਸਿਆਲਕੋਟ। ਇਹ ਵੇਖ ਲਿਓ, ਉਂਝ ਸਾਰੇ ਗੁਲਾਮੀ ਰਸੂਲ ਨੇ, ਗੁਲਾਮੇ ਰਸੂਲ ਨੇ ਸਾਰੇ ਹੀ, ਲੇਕਿਨ ਦੁੱਧ ਖਾਲਸ ਨਹੀਂ ਤੁਹਾਨੂੰ ਮਿਲੇਗਾ। ਤੁਹਾਨੂੰ ਮਿਰਚਾਂ ਵੀ ਫਾਕ ਵਾਲੀਆਂ ਮਿਲਣਗੀਆਂ, ਤੁਹਾਨੂੰ ਚਾਵਲ ਵੀ ਮਿਲਾਵਟ ਵਾਲੇ ਮਿਲਣਗੇ, ਤੁਹਾਨੂੰ ਵੇਸਣ ਵੀ ਬਾਬਾ ਜੀ ਮਿਲਾਵਟ ਵਾਲਾ ਮਿਲੇਗਾ। ਤੇ ਉੱਤੇ ਲਿਖਿਆ ਹੋਏਗਾ ਦੁਕਾਨ ਦੇ ਉੱਤੇ ਮਾਸ਼ਾਅੱਲਾ ਕਰਿਆਨਾ ਸਟੋਰ, ਬਿਸਮਿਲ੍ਲਾ ਕਰਿਆਨਾ ਸਟੋਰ, ਤੇ ਵਿੱਚ ਕੋਈ ਚੀਜ਼ ਖਾਲਸ ਹੈ। ਜਿਹੜਾ ਪਾਣੀ ਪਾ ਪਾ ਕੇ ਦੁੱਧ 'ਚ ਵੇਚੀ ਜਾਂਦਾ ਪਿਆ ਨਾ, ਉਹ ਵੀ ਆਂਦਾ ਅੱਲਾ ਦਾ ਸ਼ੁਕਰ ਹੈ। ਮੈਂ ਕਿਹੜਾ ਸ਼ੁਕਰ ਹੈ? ਹਰਾਮ ਪਿਆ ਕਮਾਨਾ। ਆ ਸੁਣਿਓ ਗੱਲ, ਜਾਪਾਨ ਮੁਸਲਮਾਨ ਨਹੀਂ ਉਹ ਲੋਕ। ਮੈਂ ਉਹਨਾਂ ਦਾ ਇੰਟਰਵਿਊ ਪੜ੍ਹਨ ਡਿਆ ਸਾਂ ਕਿ ਜਾਪਾਨ ਦੇ ਅੰਦਰ ਪਹਿਲੇ 4 ਸਾਲ ਬੱਚਿਆਂ ਨੂੰ ਕੋਈ ਤਾਲੀਮ ਨਹੀਂ ਦਿੱਤੀ ਜਾਂਦੀ। ਪਹਿਲੇ 4 ਸਾਲ। ਕਿੰਨੇ? 4 ਸਾਲ ਪਹਿਲੇ। ਅਸੀਂ ਪਹਿਲੇ ਦਿਨ ਤੋਂ ਅਲਫ ਤੇ ਬੇ ਤੇ ਨਾਲ ਗਾਲਾਂ ਵੀ ਸਿਖਾਈ ਜਾਓ ਤੇ ਨਾਲ ਝੂਠ ਬੋਲਣਾ। ਪਹਿਲੇ 4 ਸਾਲ ਜਾਪਾਨ ਦੇ ਸਕੂਲਾਂ ਦੇ ਅੰਦਰ ਬੱਚਿਆਂ ਨੂੰ ਸਿਰਫ ਔਰ ਸਿਰਫ ਅਦਬ ਸਿਖਾਇਆ ਜਾਂਦਾ ਹੈ। ਕੀ ਸਿਖਾਇਆ ਜਾਂਦਾ? ਅਦਬ। ਅਦਬ ਕਿਵੇਂ ਕਰਨਾ ਹੈ, ਤਰਬੀਅਤ ਸਿਖਾਈ ਜਾਂਦੀ ਹੈ ਕਿ ਚੱਲਣਾ ਕਿਵੇਂ ਵੇ, ਬਹਿਣਾ ਕਿਵੇਂ ਵੇ, ਖਾਣਾ ਕਿਵੇਂ ਖਾਣਾ ਹੈ, ਕਿਸੇ ਨਾਲ ਗੱਲ ਕਿਵੇਂ ਕਰਨੀ ਹੈ, ਕਿਸੇ ਨਾਲ ਕਲਾਮ ਕਿਵੇਂ ਕਰਨਾ ਹੈ। ਪਹਿਲੇ 4 ਸਾਲ ਬੱਚਿਆਂ ਨੂੰ ਕੀ ਸਿਖਾਇਆ ਜਾਂਦਾ ਹੈ? ਅਦਬ। ਜੇ ਅਦਬ ਨਹੀਂ ਤੇ ਤਾਲੀਮ ਦਾ ਵੀ ਫਾਇਦਾ ਕੋਈ ਨਹੀਂ। ਮੈਂ ਵੀਡੀਓ ਵੇਖਣ ਡਿਆ ਸਾਂ, ਮੰਜ਼ਰ ਬੜਾ ਖੂਬਸੂਰਤ ਸੀ ਜਨਾਬ। ਔਰ ਸਾਡੇ ਵਾਸਤੇ ਜਿਹੜੇ ਕੰਮ ਸਾਡੇ ਕਰਨ ਵਾਲੇ ਸਨ ਉਹ ਪੇ ਕਰਦੇ ਨੇ, ਤੇ ਬੁਲੰਦੀਆਂ ਵੀ ਫਿਰ ਉਹਨਾਂ ਨੂੰ ਮਿਲਣੀਆਂ ਨਾ, ਤਰੱਕੀਆਂ ਵੀ ਤਾਂ ਉਹਨਾਂ ਮਿਲਣੀਆਂ ਜਿਹੜੇ ਕੰਮ ਉਹਨਾਂ ਕਰਦੇ। ਬੱਚਾ ਆਇਆ, ਵੈਨ 'ਚ ਉਤਰਿਆ, ਸਕੂਲ ਜਾ ਰਿਹਾ। ਤਵੱਜੋ ਕਰਿਓ, ਟੀਚਰ ਅੱਗੇ ਨਾ ਫੁੱਲਾਂ ਦਾ ਗੁਲਦਸਤਾ ਲੈ ਕੇ ਖੜੀ ਹੈ। ਜਿਹੜਾ ਬੱਚਾ ਆ ਰਿਹਾ ਉਹਨਾਂ ਨੂੰ ਇੱਕ ਇੱਕ ਫੁੱਲ ਗਿਫਟ ਦਿੱਤਾ ਜਾ ਰਿਹਾ, ਤੇ ਉਹਨਾਂ ਨੂੰ ਵੈਲਕਮ ਕੀਤਾ ਜਾ ਰਿਹਾ ਬੱਚਿਆਂ ਨੂੰ। ਹੁਣ ਜਿਹੜੇ ਬੱਚੇ ਨੂੰ ਸਕੂਲ ਵੜਦਿਆਂ ਸਾਰ ਗਿਫਟ ਮਿਲਣਾ, ਗੁਲਦਸਤਾ ਮਿਲਣਾ, ਫੁੱਲ ਮਿਲਣਾ, ਉਹਦਾ ਦਿਲ ਕਰਨਾ ਕਿ ਨਹੀਂ ਕਰਨਾ ਦੂਸਰੇ ਦਿਨ ਵੀ ਜਾਣ 'ਤੇ? ਕਿ ਸਾਡੀ ਟੀਚਰ, ਸਾਡਾ ਉਸਤਾਦ ਸਾਡੇ ਨਾਲ ਏਡੀ ਮੁਹੱਬਤ ਕਰਦਾ। ਤੁਹਾਨੂੰ ਆਪਣੇ ਸਕੂਲਾਂ ਦਾ ਵੀ ਹਾਲ ਦੱਸੀਏ। ਸਾਡੇ ਸਕੂਲਾਂ ਦਾ ਹਾਲ ਪਤਾ ਕੀ ਹੁੰਦਾ? ਪੀਟੀ ਜਿਹੜਾ ਨਾ ਇੱਕ ਜੁੱਤੀ ਲੈ ਕੇ ਤੇ ਬਾਹਰ ਵਾਲੇ ਬੂਹੇ ਦੇ ਉੱਤੇ ਖਲੋਤਾ ਹੁੰਦਾ। ਜਿਹੜਾ ਆਇਆ ਉਹਦੀ ਕੰਡ ਤੇ ਛੱਡੀ, ਉਹ ਲੇਟ ਕਿਉਂ ਆਇਆ? ਜਿਹੜਾ ਆਇਆ ਉਹਦੇ ਮੂੰਹ ਤੇ ਚਪੇੜ ਕੱਢ ਮਾਰੀ, ਵਰਦੀ ਨਹੀਂ ਪਾਈ ਹੋਈ। ਤੇ ਜਿਹਨੂੰ ਸਕੂਲ ਵੜਦੀਆਂ ਜੁੱਤੀਆਂ ਪੈਣੀਆਂ ਨੇ। ਸੋਚੋ ਜ਼ਰਾ ਇੱਕ ਮਿੰਟ ਵਾਸਤੇ, ਗੱਲ ਦੀ ਗਹਿਰਾਈ ਤੱਕ ਜਾਓ। ਜਿਹਨੂੰ ਸਕੂਲ ਆਈਏ ਵੜਿਆ ਵੀ ਨਹੀਂ ਵਿਚਾਰਾ, ਪੈਰ ਨਹੀਂ ਰੱਖਿਆ, ਪਿੱਛੋਂ ਜੁੱਤੀ ਉਹਦੀ ਕੰਡ ਤੇ ਮਾਰੀ, ਉਹ ਕਿੱਥੇ ਸੈਂ? ਕੱਲ ਕਿੱਥੇ ਸੈਂ? ਮੈਨੂੰ ਇਮਾਨਦਾਰੀ ਨਾਲ ਦੱਸੋ, ਉਹਨੂੰ ਕਿੰਨਾ ਕੁ ਵੀ ਮੁਹੱਬਤ ਹੋਣੀ ਹੈ ਜਨਾਬ ਉਸ ਪੀਟੀ ਦੇ ਨਾਲ ਤੇ ਉਸ ਉਸਤਾਦ ਦੇ ਨਾਲ, ਜਿਹਨੇ ਆਉਂਦੇ ਹੀ ਉਹਦੇ ਮੂੰਹ 'ਚ ਚਪੇੜ ਕੱਢ ਮਾਰੀ, ਜਿਹਨੇ ਆਉਂਦੇ ਉਹਨੂੰ ਜੁੱਤੀਆਂ ਨਾਲ ਇਸਤਕਬਾਲ ਕੀਤਾ। ਤਰਬੀਅਤ ਕੋਈ ਨਹੀਂ। ਤਲੀਮ ਦੇ ਪਿੱਛੇ ਲੱਗਿਆ ਜੀ। ਕਿੰਨੇ ਪੜ੍ਹੇ? 12 ਪੜ੍ਹਿਆ। ਕਿੰਨਾ ਪੜ੍ਹਿਆ? 16 ਪੜ੍ਹਿਆ। 16 ਤੇ ਪੜ੍ਹਿਆ, ਚਾਚੇ ਨਾਲ ਬੋਲਣ ਦੀ ਤਮੀਜ਼ ਹੈ ਸੂ? ਮਸਜਿਦ 'ਚ ਬਹਿਣ ਦਾ ਪਤਾ ਹੈ ਸੂ? ਉਸਤਾਦ ਨਾਲ ਗੱਲ ਕਰਨ ਦਾ ਇਲਮ ਹੈ ਸੂ? ਨਹੀਂ ਜੀ, ਉਹ ਤਾਂ ਕੋਈ ਨਹੀਂ ਪਤਾ। ਹੁਣ 16 ਪੜ੍ਹਿਆ ਸਾਡਾ ਮੁੰਡਾ। ਮੈਂ ਜਿਹਨੂੰ ਗੱਲ ਕਰਨ ਦੀ ਵੀ ਤਮੀਜ਼ ਨਾ ਹੋਵੇ ਉਹਦੇ 16 ਦਾ ਵੀ ਪੜ੍ਹੇ ਦਾ ਕੋਈ ਫਾਇਦਾ। ਹਜ਼ੂਰ ਸੁਲਤਾਨ ਬਾਹੂ ਫਰਮਾਉਂਦੇ ਨੇ, ਇਲਮ ਪੜ੍ਹਿਆ ਪਰ ਅਦਬ ਨਾ ਸਿੱਖਿਆ ਤੇ ਕੀ ਲੈਣਾ ਇਲਮ? ਉਸ ਇਲਮ ਦਾ ਵੀ ਕੋਈ ਫਾਇਦਾ ਨਹੀਂ। ਜਿਸ ਇਲਮ ਦੇ ਸਿੱਖਣ ਦੇ ਨਾਲ ਇਨਸਾਨ ਦੇ ਅੰਦਰ ਅਦਬ ਨਹੀਂ ਆਇਆ, ਜਿਸ ਇਲਮ ਦੇ ਸਿੱਖਣ ਦੇ ਨਾਲ ਇਨਸਾਨ ਦੇ ਅੰਦਰ ਇਹਤਰਾਮ ਨਹੀਂ ਆਇਆ, ਉਸ ਇਲਮ ਦਾ ਫਾਇਦਾ, ਉਸ ਤਾਲੀਮ ਦਾ ਫਾਇਦਾ। ਸਾਡੇ ਬੱਚੇ ਘਰ ਸਹੀ ਹੁੰਦੇ ਨੇ, ਉਲਟੇ ਖਰਾਬ ਹੋ ਕੇ ਆਉਂਦੇ ਨੇ ਸਕੂਲਾਂ 'ਚ। ਘਰ ਸਹੀ ਹੋਣਗੇ ਕਿਉਂਕਿ ਮਾਂ ਦੇ ਸਾਹਮਣੇ ਨਾ, ਉੱਥੋਂ ਦੇ ਉਹਨਾਂ ਉਹੀ ਚੀਜ਼ ਸਿੱਖਣੀ। ਸਕੂਲ ਵੰਨ ਸਵੰਨੇ ਮੁੰਡੇ ਹੋਣਗੇ, ਵੰਨ ਸਵੰਨੇ ਬੱਚੇ ਹੋਣਗੇ, ਵੰਨ ਸਵੰਨੀਆਂ ਚੀਜ਼ਾਂ ਸਿੱਖ ਕੇ ਆ ਜਾਣਗੇ। ਉਹ ਅੱਬਾ ਪਿਆ ਪੁੱਛਦਾ, ਓਏ ਇਹ ਕਿੱਥੋਂ ਸਿੱਖੀ ਆ ਗਾਲ? ਓਏ ਇਹ ਗੱਲ ਕਿੱਥੋਂ ਸਿੱਖੀ ਆ?
ਉਹ ਆਂਦਾ मैं अपने यार को सीखी तरबीयत कोई नहीं।